नमस्कार जी, सत श्री अकाल। काफ़ी बच्चे ਜਿਹੜੇ ਹੈਗੇ ਨੇ ਆਇਟਸ ਨਹੀਂ ਕਰ ਪਾਉਂਦੇ ਜਾਂ ਉਹਨਾਂ ਕੋਲ ਟਾਈਮ ਨਹੀਂ ਕਰਨ ਦਾ, ਜਾਂ ਫਿਰ ਵੀ ਬੱਚਿਆਂ ਦੇ ਨੰਬਰ ਨਹੀਂ ਆਉਂਦੇ, ਜਾਂ ਫਿਰ ਲਾਈਕ ਟਰਾਈ ਮਾਰ ਚੁੱਕੇ ਨੇ ਬੱਚੇ 2-3 ਵਾਰੀ, ਉਹਨਾਂ ਦਾ ਕੌਨਫੀਡੈਂਸ ਨਹੀਂ ਬਣਦਾ ਹੈਗਾ ਅਤੇ ਉਹਨਾਂ ਦੇ ਦਿਮਾਗ 'ਚ ਇਹ ਰਹਿੰਦਾ ਵੀ ਅਸੀਂ ਵਿਦਆਊਟ ਆਇਟਸ ਅਪਲਾਈ ਕਰ ਦਈਏ, ਵੀ ਕਿਹੜੇ ਕੰਟਰੀ ਵਿਦਆਊਟ ਆਇਟਸ ਵੀਜ਼ਾ ਦੇ ਸਕਦੇ ਨੇ, ਕੀ ਐਂਟਰੀ ਰਿਕੁਆਇਰਮੈਂਟ ਰਹਿੰਦੀ ਹੈ, ਕੀ ਸਿਸਟਮ ਨੇ। ਅਤੇ ਆਪਾਂ ਇੱਕ ਇਹ ਜਿਹੜਾ ਵੀਡੀਓ ਹੈਗਾ ਇਹਦੇ ਵਿੱਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲੇਗੀ ਵੀ ਜਿਹੜੇ ਵਧੀਆ ਕੰਟਰੀਜ਼ ਦੀ ਮੈਂ ਗੱਲ ਕਰਾਂ, ਜਿਵੇਂ ਟੌਪ ਲੈਵਲ ਕੰਟਰੀਜ਼ US, ਕੈਨੇਡਾ, ਆਸਟ੍ਰੇਲੀਆ, UK ਦੀ ਗੱਲ ਕਰੀਏ, ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਫਿਰ ਅੱਗੇ ਆ ਜਾਂਦਾ ਜਿਵੇਂ ਆਪਾਂ ਯੂਰਪੀਅਨ ਕੰਟਰੀਜ਼ ਦੀ ਗੱਲ ਕਰੀਏ ਅਤੇ ਜਰਮਨੀ ਦੀ ਆਪਾਂ ਗੱਲ ਕਰੀਏ, ਵੀ ਇਹ ਜਿਹੜੇ 5-6 ਕੰਟਰੀ ਨੇ ਇਹ ਬਹੁਤ ਵਧੀਆ ਅਤੇ ਟੌਪ ਲੈਵਲ ਕੰਟਰੀਜ਼ ਨੇ। ਅਤੇ ਇਹਦੇ ਵਿੱਚ ਵੀ ਕੀ ਪੋਸੀਬਿਲਿਟੀ ਬਣਦੀ ਹੈ ਵੀ ਆਪਾਂ ਸੁਣਦੇ ਹਾਂ ਵੀ ਵਿਦਆਊਟ ਆਇਟਸ USA ਹੋ ਜਾਂਦਾ, ਆਸਟ੍ਰੇਲੀਆ ਹੋ ਜਾਂਦਾ ਹੈ, ਕੈਨੇਡਾ ਵਾਸਤੇ ਵੀ ਤੁਸੀਂ ਸ਼ਾਇਦ ਸੁਣਦੇ ਹੋਵੋਗੇ, UK ਵੀ ਸੁਣਦੇ ਹੋਵੋਗੇ। ਵੀ ਸੱਚਾਈ ਕੀ ਹੈ, ਵੀ ਕੌਣ ਮੰਗਦਾ ਹੈ, ਵੀ ਯੂਨੀਵਰਸਿਟੀ ਮੰਗਦੀ ਹੈ ਆਇਟਸ ਜਾਂ ਅੰਬੈਸੀ ਮੰਗਦੀ ਹੈ, ਜਾਂ ਅੰਬੈਸੀ ਦੇ ਕੋਲ ਇਹ ਰਾਈਟਸ ਨੇ ਵੀ ਵਿਦਆਊਟ ਆਇਟਸ ਵੀਜ਼ਾ ਦੇ ਸਕਦੀ ਹੈ, ਵੀ ਕੀ ਮੈਂਡੇਟਰੀ ਹੈ, ਕਿੱਥੇ ਕਨਫਿਊਜ਼ਨ ਕਿੱਥੇ ਹੈ, ਵੀ ਕਿਸ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ, ਸਿੰਗਲ ਕੇਸ ਵੀ, ਸਪਾਊਸ ਕੇਸ ਵੀ। ਆਪਾਂ ਦੋਨੋਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਜ਼ਰੂਰ ਦੇਖਿਓ ਤੁਸੀਂ ਪੂਰਾ ਵੀਡੀਓ ਐਂਡ ਤੱਕ, ਬਹੁਤ ਕੰਮ ਦੀ ਇਨਫੋਰਮੇਸ਼ਨ ਤੁਹਾਨੂੰ ਮੈਂ ਦੇ ਰਿਹਾ ਅਤੇ ਬਿਲਕੁਲ ਪੂਰੀ ਰਿਸਰਚਡ ਇਨਫੋਰਮੇਸ਼ਨ ਹੈਗੀ ਹੈ, ਕੋਈ ਵੀ ਇਹਦੇ ਵਿੱਚ ਲੂਪ ਹੋਲ ਨਹੀਂ ਹੈਗਾ। ਹਰ ਚੀਜ਼ ਤੁਹਾਨੂੰ ਬਹੁਤ ਸਟੀਕ ਅਤੇ ਬਹੁਤ ਸਾਫ਼ ਸੁਥਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ। ਅਤੇ ਸਾਡੇ ਇਸ ਟਾਈਪ ਦੇ ਵੀਡੀਓਜ਼ ਜਿਹੜੇ ਅਸੀਂ ਰੈਗੂਲਰ ਦੀ ਅਪਡੇਟ ਕਰਦੇ ਹਾਂ, ਅਸੀਂ ਅਪਲੋਡ ਕਰਦੇ ਹਾਂ ਸਾਡੇ YouTube ਚੈਨਲ, Facebook ਅਤੇ Instagram ਅਕਾਊਂਟਸ 'ਤੇ, ਅਤੇ ਸਾਡੇ ਜਿਹੜੇ YouTube ਚੈਨਲ 'ਤੇ Facebook Instagram ਅਕਾਊਂਟਸ 'ਤੇ ਜ਼ਰੂਰ ਫੋਲੋ ਕਰੋ ਅਤੇ ਜੁੜੇ ਰਹੋ ਸਾਡੇ ਨਾਲ। ਜਿੰਨੇ ਵੀ ਅਸੀਂ ਨਵੇਂ ਟੌਪਿਕਸ ਹੁੰਦੇ ਨੇ, ਕੋਈ ਵੀ ਬੱਚਿਆਂ ਦੇ ਸਾਨੂੰ ਸਵਾਲ ਰੈਗੂਲਰ ਬੇਸ 'ਤੇ ਆਉਂਦੇ ਰਹਿੰਦੇ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਜਾਂ 2 ਜਾਂ 3 ਵੀਡੀਓਜ਼ ਅਸੀਂ ਰੋਜ਼ ਅਪਲੋਡ ਕਰੀਏ ਤੁਹਾਡੇ ਵਾਸਤੇ, ਤਾਂ ਕਿ ਸਾਨੂੰ ਇੱਕ ਕਰੰਟ ਸਿਚੁਏਸ਼ਨ ਅਤੇ ਕਰੰਟ ਸਿਨੈਰੀਓ ਅਤੇ ਸਹੀ ਤਰੀਕਾ ਵੀਜ਼ਾ ਅਪਲਾਈ ਕਰਨ ਦਾ ਸਾਨੂੰ ਸਹੀ ਤਰੀਕੇ ਨਾਲ ਮਿਲਦਾ ਰਹੇ। ਗੱਲ ਸ਼ੁਰੂ ਕਰਾਂਗੇ ਜੀ ਆਪਾਂ USA ਤੋਂ। ਵੀ USA ਦੇ ਵਿੱਚ ਆਪਾਂ ਸੁਣਦੇ ਹਾਂ ਆਇਟਸ ਚਾਹੀਦਾ ਹੈ, ਵਿਦਆਊਟ ਆਇਟਸ ਹੁੰਦਾ ਹੈ, ਟੋਫਲ ਚਾਹੀਦਾ ਹੈ, ਵਿਦਆਊਟ ਟੋਫਲ ਹੁੰਦਾ ਹੈ। ਸਿਸਟਮ ਕਿਵੇਂ ਹੈ? ਦੇਖੋ USA ਦੇ ਵਿੱਚ ਕੀ ਹੈ ਵੀ ਅੰਬੈਸੀ ਦਾ ਕੋਈ ਰੂਲ ਨਹੀਂ ਹੈਗਾ ਵੀ ਉਹਨਾਂ ਨੂੰ ਕੋਈ ਮੈਂਡੇਟਰੀ ਚਾਹੀਦਾ ਆਇਟਸ ਜਾਂ PT ਜਾਂ ਟੋਫਲ, ਕੁਛ ਨਹੀਂ। ਅੰਬੈਸੀ ਦਾ ਕੋਈ ਰੋਲ ਨਹੀਂ ਹੈਗਾ, ਰੋਲ ਹੈਗਾ ਯੂਨੀਵਰਸਿਟੀਆਂ ਦਾ। ਅਗਰ ਯੂਨੀਵਰਸਿਟੀ ਜਾਂ ਕਾਲਜ ਨੂੰ I-20 ਜਿਹਨੂੰ ਐਡਮਿਸ਼ਨ ਕਹਿੰਦੇ ਆਪਾਂ, ਉਹ ਦੇ ਦਿੰਦੀ ਹੈ ਵਿਦਆਊਟ ਆਇਟਸ, ਅਤੇ ਅੰਬੈਸੀ ਤੁਹਾਨੂੰ ਵਿਦਆਊਟ ਆਇਟਸ ਵੀਜ਼ਾ ਗ੍ਰਾਂਟ ਕਰ ਦਿੰਦੀ ਹੈ। ਅੰਬੈਸੀ ਤੁਹਾਡੇ ਆਇਟਸ ਦੇ ਬੇਸ 'ਤੇ ਜਾਂ ਆਇਟਸ ਨਾ ਹੋਣ ਦੇ ਕਾਰਨ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਕਰਦੀ ਹੈਗੀ। ਇੱਕ ਕਲੀਅਰ ਕੱਟ ਗੱਲ ਹੈ ਵੀ ਅੰਬੈਸੀ ਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ, ਇਹ ਰਿਕੁਆਇਰਮੈਂਟ ਕਾਲਜ ਜਾਂ ਯੂਨੀਵਰਸਿਟੀ ਦੀ ਹੈ। ਹੁਣ ਵਿਦਆਊਟ ਆਇਟਸ ਕਿਵੇਂ ਹੁੰਦਾ ਹੈ USA ਦਾ? ਵੀ ਬੱਚਾ ਜਿਹੜਾ ਵਿਦਆਊਟ ਆਇਟਸ ਅਪਲਾਈ ਕਰਦਾ ਹੈ, ਉਹ ਯੂਨੀਵਰਸਿਟੀ ਇਸ ਤਰੀਕੇ ਦੀ ਚੂਜ਼ ਕਰੇ ਵੀ ਜਿਹੜੀ ਯੂਨੀਵਰਸਿਟੀ ਵਿਦਆਊਟ ਆਇਟਸ ਐਡਮਿਸ਼ਨ ਦਿੰਦੀ ਹੈ ਅਤੇ ਅਸੈਪਟ ਕਰਦੀ ਹੈ ਬੱਚੇ, ਅਤੇ ਅਗਰ ਉਹ ਅਸੈਪਟ ਕਰਕੇ I-20 ਦੇ ਦਿੰਦੀ ਹੈ, ਅੰਬੈਸੀ 'ਚ ਜਾਂਦਾ ਬੱਚਾ, ਇੰਟਰਵਿਊ ਦਿੰਦਾ, ਇੰਟਰਵਿਊ ਸਹੀ ਬੱਚਾ ਦੇ ਦਿੰਦਾ ਤਾਂ ਉਹਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈਗਾ, ਕਿਉਂਕਿ ਇੰਟਰਵਿਊ ਹੀ ਇੰਗਲਿਸ਼ 'ਚ ਹੁੰਦੀ ਹੈ ਬੱਚੇ ਦੀ, ਅਤੇ ਉਸੇ ਟਾਈਮ 'ਤੇ ਜਜਮੈਂਟ ਹੋ ਜਾਂਦੀ ਹੈ ਵੀਜ਼ਾ ਅਫਸਰ ਨੂੰ ਵੀ ਇੰਗਲਿਸ਼ ਇਹਦੀ ਠੀਕ ਹੈ ਕਿ ਨਹੀਂ ਹੈਗੀ। ਅਤੇ ਆਇਟਸ ਅਤੇ PT ਦੇ ਬੇਸ 'ਤੇ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਆਇਟਸ ਦਾ ਸਰਟੀਫਿਕੇਟ ਦਿਖਾਤਾ ਤਾਂ ਤੁਹਾਡਾ 100% ਵੀਜ਼ਾ ਆ ਹੀ ਜਾਣਾ ਹੈ, ਅਤੇ ਆਇਟਸ ਨਹੀਂ ਹੈਗਾ ਤੁਹਾਡਾ ਰਿਜੈਕਟ ਹੋਣਾ, ਐਸਾ ਕੁਛ ਨਹੀਂ ਹੈ। ਉਹਦਾ ਕੋਈ ਮਤਲਬ ਨਹੀਂ ਹੈਗਾ ਵੀ ਵੀਜ਼ਾ ਪੁਆਇੰਟ ਆਫ ਵਿਊ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਹੈਗਾ, ਸਿਰਫ ਐਡਮਿਸ਼ਨ ਤੱਕ ਉਹਦਾ ਮਤਲਬ ਹੈ, ਵੀਜ਼ਾ ਪੁਆਇੰਟ ਆਫ ਵਿਊ ਨਾਲ ਕੋਈ ਮਤਲਬ ਨਹੀਂ। ਫਿਰ ਆ ਗਈ ਗੱਲ ਸਪਾਊਸ ਕੇਸ ਦੀ। ਵੀ USA 'ਚ ਸਪਾਊਸ ਕੇਸ ਅਪਲਾਈ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ, ਬਟ ਮੇਨ ਐਪਲੀਕੈਂਟ ਦਾ ਪਹਿਲਾ ਵੀਜ਼ਾ ਆਏਗਾ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਪਾਊਸ ਅਪਲਾਈ ਕਰੇਗਾ। ਸਪਾਊਸ ਜਿਹੜਾ ਹੈਗਾ ਆਪਣੀ ਪੰਜਾਬੀ ਹਿੰਦੀ ਕਿਤੇ ਦੇ ਵਿੱਚ ਵੀ ਇੰਟਰਵਿਊ ਦੇ ਸਕਦਾ ਹੈ। ਕੋਈ ਐਜੂਕੇਸ਼ਨ ਦਾ ਮੈਟਰ ਨਹੀਂ ਵੀ ਸਪਾਊਸ ਦੀ ਐਜੂਕੇਸ਼ਨ ਕੋਈ ਪਰਟੀਕੂਲਰ ਹੋਣੀ ਚਾਹੀਦੀ ਹੈ, ਕਿੰਨੀ ਦੇਰ ਪੁਰਾਣੀ ਮੈਰਿਜ ਚਾਹੀਦੀ ਹੈ, ਐਸਾ ਵੀ ਕੁਛ ਨਹੀਂ ਹੈਗਾ। ਅਤੇ ਤੁਸੀਂ ਸਪਾਊਸ ਵੀਜ਼ਾ ਅਗਰ ਵਿਦਆਊਟ ਆਇਟਸ ਦਾ ਸੋਚ ਰਹੇ ਹੋ ਵੀ USA ਦਾ ਅਪਲਾਈ ਕਰਨਾ ਪੋਸੀਬਲ ਹੈ, ਤੁਸੀਂ ਲੈ ਸਕਦੇ ਹੋ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਸੈਕਿੰਡ ਆਪਾਂ ਗੱਲ ਕਰਾਂਗੇ ਜੀ ਕੈਨੇਡਾ ਬਾਰੇ। ਕੈਨੇਡਾ ਵਿਦਆਊਟ ਆਇਟਸ ਹੋ ਸਕਦਾ ਕਿ ਨਹੀਂ ਹੋ ਸਕਦਾ? ਦੇਖੋ ਇਹਦੇ ਵਿੱਚ ਕੀ ਹੈ ਵੀ ਯੂਨੀਵਰਸਿਟੀ ਜਾਂ ਕਾਲਜ ਤੁਹਾਨੂੰ ਕੋਈ ਵਿਦਆਊਟ ਆਇਟਸ ਐਡਮਿਸ਼ਨ ਦੇ ਦੇ, ਕੋਈ ਵੇਵਰ ਦੇ ਦੇ, ਜਾਂ ਕਿਸੇ ਵੀ ਬੇਸ 'ਤੇ ਤੁਹਾਨੂੰ ਲੈਟਰ ਆਫ ਅਸੈਪਟੈਂਸ ਜਿਹੜੀ ਹੈਗੀ ਆ ਉਹ ਦੇ ਦੇ, ਬਟ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਜ਼ਰੂਰ ਤੁਹਾਨੂੰ ਇੰਗਲਿਸ਼ ਬੇਸ 'ਤੇ ਰਿਫਿਊਜ਼ ਕਰ ਸਕਦੀ ਹੈ। ਅਗਰ ਤੁਹਾਡੇ ਬੈਂਡ ਘੱਟ ਨੇ ਜਾਂ ਤੁਹਾਡਾ ਲੈਵਲ ਜਿਹੜਾ ਪੜ੍ਹਾਈ ਦਾ ਹੈਗਾ ਉਹਦੇ ਹਿਸਾਬ ਨਾਲ ਤੁਹਾਡੀ ਇੰਗਲਿਸ਼ ਦਾ ਸਕੋਰ ਨਹੀਂ ਹੈਗਾ ਜਾਂ ਘੱਟ ਹੈਗਾ, ਜਾਂ ਤੁਸੀਂ ਆਇਟਸ ਕੀਤਾ ਹੀ ਨਹੀਂ ਹੋਇਆ, ਜਿਵੇਂ ਹੁਣ ਤੁਸੀਂ ਐਡ ਦੇਖਦੇ ਹੋ ਜੀ 5.5 'ਤੇ ਕੈਨੇਡਾ ਜਾਓ, 5 ਬੈਂਡ 'ਤੇ ਕੈਨੇਡਾ ਜਾਓ, ਇਹ ਪੋਸੀਬਲ ਨਹੀਂ ਹੈਗਾ, ਵੀਜ਼ਾ ਨਹੀਂ ਆਉਂਦੇ। 6 ਬੈਂਡ 'ਤੇ ਤੁਸੀਂ ਦੇਖਦੇ ਹੋ ਵੀ 6 ਬੈਂਡ ਓਵਰਆਲ 2 'ਚ 5.5 'ਤੇ ਵੀ ਵੀਜ਼ਾ ਆ ਜਾਏਗਾ ਜੀ, ਤੁਸੀਂ ਅਪਲਾਈ ਕਰੋ, ਨਹੀਂ ਵੀਜ਼ੇ ਆਉਂਦੇ, ਕਿਉਂਕਿ ਅੰਬੈਸੀ ਇਹਦੇ ਵਿੱਚ ਯੂਨੀਵਰਸਿਟੀ ਨੂੰ ਅਤੇ ਕਾਲਜਸ ਨੂੰ ਸੁਪਰਸੀਡ ਕਰਦੇ ਹੋਏ ਆਪਣੀ ਰਿਕੁਆਇਰਮੈਂਟ ਮੰਗਦੀ ਹੈ ਵੀ ਸਾਨੂੰ ਇੰਗਲਿਸ਼ ਦੀ ਰਿਕੁਆਇਰਮੈਂਟ ਪ੍ਰੋਵਾਈਡ ਕਰੋ। ਅਗਰ ਤੁਸੀਂ ਆਇਟਸ ਨਹੀਂ ਕੀਤਾ, ਤੁਸੀਂ PT ਦੇ ਬੇਸ 'ਤੇ ਅਪਲਾਈ ਕਰ ਸਕਦੇ ਹੋ ਵੀ ਜੋ ਕਿ ਇਕੁਇਵਲੈਂਟ ਹੋਏ 6 ਬੈਂਡ ਈਚ ਦੀ, ਜਿਵੇਂ 50 ਤੋਂ ਉੱਪਰ ਹੋਣ ਚਾਰੋਂ ਮੋਡਲ ਦੇ ਵਿੱਚ। ਫਿਰ ਆ ਗਿਆ ਟੋਫਲ ਹੈਗਾ। ਅਗਰ ਟੋਫਲ ਕੀਤਾ ਹੋਇਆ ਤੁਸੀਂ ਉਹਦੇ ਬੇਸ 'ਤੇ ਵੀ ਅਪਲਾਈ ਕਰ ਸਕਦੇ ਹੋ, ਅਗਰ 6 ਬੈਂਡ ਇਕੁਇਵਲੈਂਟ ਤੁਹਾਡੇ ਬਣਦੇ ਨੇ। ਬਟ ਅਗਰ ਤੁਸੀਂ ਕਹੋ ਵੀ ਬਿਨਾਂ ਕਿਸੇ ਟੈਸਟ ਤੋਂ ਜਾਂ 5.5 'ਤੇ 5 ਬੈਂਡ 'ਤੇ ਵੀ ਅਸੀਂ ਵਿਦਆਊਟ ਆਇਟਸ ਕੈਨੇਡਾ ਦਾ ਵੀਜ਼ਾ ਲੈ ਲਈਏ,
बिल्कुल गलत इन्फॉर्मेशन है। ਜਿਹੜਾ ਵੀ ਕੰਸਲਟੈਂਟ ਕਹਿੰਦਾ ਹੈ ਵੀ ਮੈਂ ਇਸ ਤਰੀਕੇ ਨਾਲ ਵੀਜ਼ਾ ਲੈ ਕੇ ਦੇ ਸਕਦੇ ਹਾਂ, ਉਹਨੂੰ ਕਹੋ ਜੀ ਕੋਈ ਦਿੱਕਤ ਨਹੀਂ ਹੈ, ਆਹ ਮੇਰਾ ਪਾਸਪੋਰਟ ਹੈ ਜੀ, ਮੇਰੇ ਡਾਕੂਮੈਂਟ ਹੈ, ਤੁਸੀਂ ਵੀਜ਼ਾ ਦੇ ਦਿਓ, ਜਿੰਨੇ ਪੈਸੇ ਚਾਹੀਦੇ ਆ ਉਸ ਤੋਂ 50,000 ਮੇਰੇ ਤੋਂ ਵੱਧ ਦੇ ਦਿਓ, ਲੇਕਿਨ ਮੈਂ ਰੁਪਈਆ ਇੱਕ ਨਹੀਂ ਦੇਣਾ ਹੈਗਾ, ਮੈਂ ਐਮਬੈਸੀ ਫੀ ਵੀ ਨਹੀਂ, ਤੁਸੀਂ ਜਿੰਨੇ ਮੰਗ ਸਕਦੇ ਹੋ ਉਨੇ ਮੰਗ ਲਓ, ਕੋਈ ਦਿੱਕਤ ਨਹੀਂ, ਉਸ ਤੋਂ ਵੀ 50,000 ਉੱਪਰ ਦੇ ਦਿਓ, ਮੈਥੋਂ ਕੋਈ ਪ੍ਰੋਬਲਮ ਨਹੀਂ। ਬਟ ਇਸ ਤਰੀਕੇ ਨਾਲ ਵੀਜ਼ਾ ਨਹੀਂ ਆਉਂਦਾ, ਗਲਤ ਇਨਫੋਰਮੇਸ਼ਨ। ਇਹਦੇ ਵਿੱਚ ਸਪਾਊਸ ਦੀ ਗੱਲ ਕਰੀਏ ਵੀ ਇਹਦੇ ਵਿੱਚ ਇਹ ਰਹਿੰਦਾ ਵੀ ਮੇਨ ਐਪਲੀਕੈਂਟ ਦਾ ਪਹਿਲਾਂ ਵੀਜ਼ਾ ਆਏਗਾ, ਉਸ ਤੋਂ ਬਾਅਦ ਸਪਾਊਸ ਅਪਲਾਈ ਕਰ ਸਕਦਾ ਹੈ। ਮੇਨ ਐਪਲੀਕੈਂਟ ਦੀ ਆਇਟਸ ਚਾਹੀਦੀ ਹੈ, ਸਪਾਊਸ ਦੀ ਆਇਟਸ ਨਹੀਂ ਚਾਹੀਦੀ। ਕੋਈ ਇਹਦੇ 'ਚ ਇੰਟਰਵਿਊ ਨਹੀਂ ਹੁੰਦੀ ਹੈਗੀ। ਇਹਦੇ ਵਿੱਚ ਮੈਰਿਜ ਜੈਨੂਨ ਤੁਹਾਨੂੰ ਦਿਖਾਉਣੀ ਪਏਗੀ ਵੀ ਮੈਰਿਜ ਥੋੜੀ ਪੁਰਾਣੀ ਹੈਗੀ ਹੈ, ਸਪਾਊਸ ਕੀ ਕਰਦੇ ਨੇ, ਸਪਾਊਸ ਦੀ ਪੜ੍ਹਾਈ ਕੀ ਹੈ, ਉਹ ਸਾਰੀ ਕੁਝ ਇਹ ਮੈਟਰ ਕਰਦੀਆਂ ਚੀਜ਼ਾਂ। ਬਟ ਕੈਨੇਡਾ ਵਿੱਚ ਸਪਾਊਸ ਵੀਜ਼ਾ ਦਿੱਤਾ ਜਾ ਸਕਦਾ ਹੈ, ਇਹ ਕੁਆਇਟ ਪੋਸੀਬਲ ਹੈ, ਬਟ ਵਿਦਾਊਟ ਆਇਟਸ ਨਾ ਸਿੰਗਲ ਲੱਗੇਗਾ ਨਾ ਸਪਾਊਸ ਲੱਗੇਗਾ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ। ਫਿਰ ਤੀਸਰਾ ਕੰਟਰੀ ਆ ਜਾਂਦਾ ਜੀ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਕੀ ਰਹੇਗਾ ਵੀ ਆਸਟ੍ਰੇਲੀਆ ਦੇ ਵਿੱਚ ਵੀ ਉਹੀ ਕਹਾਣੀ ਆ ਗਈ ਜੋ USA ਵਾਲੀ ਹੈ ਵੀ ਯੂਨੀਵਰਸਿਟੀਆਂ ਜਾਂ ਕਾਲਜਿਸ ਜਿਹੜੇ ਹੈਗੇ ਨੇ ਲੈਵਲ 1 ਦੇ ਕਾਲਜਿਸ ਯੂਨੀਵਰਸਿਟੀਜ਼ ਹੈ, ਉਹਨਾਂ ਕੋਲ ਡਿਸਕ੍ਰੀਸ਼ਨ ਹੈਗੀ ਹੈ ਵੀ ਉਹ ਵਿਦਾਊਟ ਆਇਟਸ ਨੂੰ ਅਸੈਪਟ ਕਰਦੇ ਹੈ ਕਿ ਨਹੀਂ ਕਰਦੇ। ਉਹ ਫਿਰ ਕਈ ਵਾਰੀ ਤੁਹਾਡੀ ਪਰਸੈਂਟੇਜ ਦੇਖਣਗੇ, ਇੰਗਲਿਸ਼ ਮੀਡੀਅਮ ਦੇਖਣਗੇ, ਸਾਰੀਆਂ ਚੀਜ਼ਾਂ ਦੇਖ ਕੇ ਤੁਹਾਨੂੰ ਆਇਟਸ ਦਾ ਵੇਵਰ ਦੇਣਾ ਨਾ ਦੇਣਾ ਉਹਨਾਂ ਦੇ ਹੱਥ 'ਚ ਹੈ। ਅਤੇ ਜਦੋਂ ਅੰਬੈਸੀ 'ਚ ਫਾਈਲ ਜਾਂਦੀ ਹੈ, ਅਗਰ ਲੈਵਲ 1 ਦੀ ਫਾਈਲ ਜਾਂਦੀ ਹੈ ਵਿਦਾਊਟ ਆਇਟਸ ਜਾਂਦੀ ਹੈ, ਅਤੇ ਉਹਦੇ ਵਿੱਚ ਅੰਬੈਸੀ ਦੀ ਤਰਫੋਂ ਕੋਈ ਮੈਂਡੇਟਰੀ ਡਾਕੂਮੈਂਟ ਨਹੀਂ ਹੈਗਾ ਵੀ ਤੁਹਾਨੂੰ ਆਇਟਸ ਦੇਣਾ ਹੀ ਪਏਗਾ ਜਾਂ ਵਿਦਾਊਟ ਆਇਟਸ ਦੇ ਬੇਸ 'ਤੇ ਤੁਹਾਨੂੰ ਵੀਜ਼ਾ ਰਿਫਿਊਜ਼ ਕਰਦੇ, ਐਸਾ ਨਹੀਂ ਹੁੰਦਾ ਹੈਗਾ। ਬਟ ਅਗਰ ਤੁਸੀਂ ਲੈਵਲ 2 ਦੇ ਵਿੱਚ ਅਪਲਾਈ ਕਰਦੇ ਹੋ ਅਤੇ ਪਹਿਲੀ ਗੱਲ ਤਾਂ ਜਿਹੜੀ ਯੂਨੀਵਰਸਿਟੀ ਹੈ, ਕਾਲਜ ਹੈ, ਉਹਨਾਂ ਕੋਲ ਪਾਵਰ ਨਹੀਂ ਹੈਗੀ ਵਿਦਾਊਟ ਆਇਟਸ ਨੂੰ ਐਡਮਿਸ਼ਨ ਦੇਣ ਦੀ। ਅਤੇ ਦੂਜੀ ਗੱਲ ਜਦੋਂ ਫਾਈਲ ਅੰਬੈਸੀ 'ਚ ਜਾਏਗੀ ਅਤੇ ਉਹਦੇ ਵਿੱਚ ਵੀ ਮੈਂਡੇਟਰੀ ਹੈ ਵੀ ਤੁਹਾਨੂੰ ਆਇਟਸ ਜਾਂ PT ਤੁਹਾਨੂੰ ਹੋਣਾ ਜ਼ਰੂਰੀ ਹੈਗਾ। ਬਾਕੀ ਆਸਟ੍ਰੇਲੀਆ ਵਿੱਚ ਸਪਾਊਸ ਕੇਸ ਦਿੱਤਾ ਜਾ ਸਕਦਾ ਹੈ, ਵਿਦਾਊਟ ਆਇਟਸ ਵੀ ਦਿੱਤਾ ਜਾ ਸਕਦਾ ਹੈ, ਵਿਦ ਆਇਟਸ ਵੀ ਦਿੱਤਾ ਜਾ ਸਕਦਾ ਹੈ, ਪਰ ਤੁਹਾਨੂੰ 1 ਸਾਲ ਪੁਰਾਣੀ ਮੈਰਿਜ ਚਾਹੀਦੀ ਹੁੰਦੀ ਹੈ ਅਤੇ ਸਪਾਊਸ ਦੀ ਜਿਹੜੀ ਹੈ ਗ੍ਰੈਜੂਏਸ਼ਨ ਤੁਹਾਨੂੰ ਮੈਂਡੇਟਰੀ ਹੁੰਦੀ ਹੈ। ਅਤੇ ਇਸ ਚੀਜ਼ ਨਾਲ ਅਗਰ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹੈਗੀਆਂ ਤਾਂ ਤੁਸੀਂ ਵਿਦਾਊਟ ਆਇਟਸ ਜਾਂ ਵਿਦ ਆਇਟਸ ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਹੈਗਾ ਲੈ ਸਕਦੇ ਹੋ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ UK ਦੇ ਵਿੱਚ। UK ਦੇ ਵਿੱਚ ਸਪਾਊਸ ਵੀਜ਼ਾ ਦਾ ਵੀ ਸੇਮ ਸਿਸਟਮ ਹੈ ਜੋ USA ਦੇ ਵਿੱਚ ਹੈ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਹੈ। ਇਹਦੇ ਵਿੱਚ ਕੀ ਹੈ ਵੀ ਯੂਨੀਵਰਸਿਟੀਆਂ ਕੋਲ ਪਾਵਰ ਹੈਗੀ ਹੈ ਵੀ ਅਗਰ ਉਹ ਤੁਹਾਡੀ ਇੰਗਲਿਸ਼ ਮੀਡੀਅਮ ਦੇਖ ਕੇ +2 ਦੇ ਨੰਬਰ ਦੇਖ ਕੇ ਜਾਂ ਕਿਸੇ ਵੀ ਕੋਈ ਵੀ ਚੀਜ਼ ਦੇਖ ਕੇ ਅਗਰ ਉਹ ਆਇਟਸ ਨੂੰ ਵੇਵਰ ਦੇ ਦਿੰਦੇ ਨੇ ਅਤੇ ਅੰਬੈਸੀ ਵਿੱਚ ਤੁਹਾਨੂੰ ਆਇਟਸ ਦੀ ਰਿਕੁਆਇਰਮੈਂਟ ਨਹੀਂ, ਆਇਟਸ ਦੇ ਬੇਸ 'ਤੇ ਜਾਂ ਕੋਈ ਵੀ ਇੰਗਲਿਸ਼ ਦੇ ਟੈਸਟ ਦੇ ਬੇਸ 'ਤੇ ਵੀ ਨਾ ਦਿੰਦੇ ਹੋਏ ਤੁਸੀਂ ਨਹੀਂ ਦਿੱਤਾ ਅਤੇ ਉਹਦੇ ਬੇਸ 'ਤੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ ਹੈਗਾ। ਇਹ ਚੀਜ਼ ਜ਼ਰੂਰ ਬੱਚੇ ਧਿਆਨ ਦੇਣ ਕਿਉਂਕਿ ਜਿਹੜੇ ਬੱਚੇ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ UK ਵਿੱਚ ਖਾਸ ਕਰਕੇ ਵਿਦਾਊਟ ਆਇਟਸ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੀ ਇਹ ਬਹੁਤ ਵਧੀਆ ਪੋਸੀਬਿਲਿਟੀ ਹੈਗੀ ਹੈ ਕਿਉਂਕਿ ਇਹ ਆਸਟ੍ਰੇਲੀਆ ਵਾਂਗੂ ਹੀ ਆ ਜਾਂਦਾ ਸਿਸਟਮ ਵੀ ਇਕੱਠਿਆਂ ਦੀ ਫਾਈਲ ਲੱਗਦੀ ਹੈ, ਇਕੱਠਿਆਂ ਦਾ ਵੀਜ਼ਾ ਆਉਣਾ ਹੈ। ਇਹਦੇ ਵਿੱਚ ਕੋਈ ਅੱਡ ਨਹੀਂ ਵਾਲੀ ਗੱਲ ਨਹੀਂ, ਬਾਅਦ ਵਾਲੀ ਗੱਲ ਨਹੀਂ ਹੈਗੀ, ਇਕੱਠੇ ਇੱਕੋ ਟਾਈਮ 'ਤੇ ਬੱਚਾ ਅਪਲਾਈ ਕਰ ਸਕਦਾ ਹੈ ਅਤੇ ਇਕੱਠਿਆਂ ਦੀ ਫਾਈਲ ਲੱਗੇਗੀ ਅਤੇ ਇੱਕੋ ਟਾਈਮ ਫਾਈਲ ਲੱਗਦੀ ਹੈ। ਅਤੇ ਆਸਟ੍ਰੇਲੀਆ ਅਤੇ UK ਇਸ ਮਾਮਲੇ 'ਚ ਬਰਾਬਰ ਨੇ ਵੀ ਇਕੱਠੇ ਤੁਸੀਂ ਵਿਦਾਊਟ ਆਇਟਸ ਵੀ ਅਪਲਾਈ ਕਰ ਸਕਦੇ ਹੋ, ਸਪਾਊਸ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ, ਇਕੱਠਿਆਂ ਦੀ ਫਲਾਈਟ ਹੋਏਗੀ, ਇਕੱਠਿਆਂ ਦਾ ਵੀਜ਼ਾ ਆਏਗਾ। ਇਸ ਕਰਕੇ ਇਹ ਦੋਨੋਂ ਕੰਟਰੀ ਰਿਸਕ ਫਰੀ ਜੇ ਰਹਿੰਦੇ ਨੇ ਅਗਰ ਸਪਾਊਸ ਵੀਜ਼ਾ 'ਚ ਬੱਚਾ ਅਪਲਾਈ ਕਰਨਾ ਚਾਹੁੰਦਾ ਅਤੇ ਇਕੱਠਿਆਂ ਦਾ ਅਪਲਾਈ ਕਰਨਾ ਚਾਹੁੰਦਾ। ਫਿਰ ਆ ਜਾਂਦੀ ਗੱਲ ਜੀ ਵੀ ਇਹਦੇ ਵਿੱਚ ਰਿਕੁਆਇਰਮੈਂਟ ਕੀ ਰਹਿੰਦੀ ਹੈ ਵੀ ਇਹਦੇ ਵਿੱਚ ਮੇਨ ਐਪਲੀਕੈਂਟ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਜੇ ਤੁਸੀਂ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਮੇਨ ਐਪਲੀਕੈਂਟ ਦੀ ਜਿਹੜੀ ਹੈਗੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਜਿਹੜਾ ਪੜ੍ਹਨ ਜਾ ਰਿਹਾ ਤਾਂ ਹੀ ਸਪਾਊਸ ਵੀਜ਼ਾ ਲੱਗੇਗਾ। ਅਗਰ ਤੁਹਾਡੀ ਵਾਈਫ ਦੀ +2 ਕੀਤੀ ਹੈ ਅਤੇ ਉਹਨਾਂ ਦੇ ਬੇਸ 'ਤੇ ਤੁਸੀਂ ਵਿਦ ਆਇਟਸ ਜਾਂ ਵਿਦਾਊਟ ਆਇਟਸ UK ਦਾ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਵੀਜ਼ਾ ਲੱਗਣਾ ਮੁਸ਼ਕਿਲ ਹੈ। ਉਹਦੇ ਵਿੱਚ ਟੂਰਿਸਟ ਵੀਜ਼ਾ ਕੱਲ੍ਹ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਇਕੱਠੇ ਅਗਰ ਆਪਾਂ ਕਹੀਏ ਅਪਲਾਈ ਕਰਕੇ ਵੀਜ਼ਾ ਲੈਣਾ ਦੈਟ ਇਜ਼ ਮੁਸ਼ਕਿਲ ਅਤੇ ਵੀਜ਼ਾ ਇਹਦੇ ਵਿੱਚ ਆਉਣਾ ਮੁਸ਼ਕਿਲ ਹੈਗਾ। ਫਿਰ ਆ ਜਾਂਦਾ ਜੀ ਕੰਟਰੀ, ਆਪਾਂ ਗੱਲ ਕਰੀਏ ਨਿਊਜ਼ੀਲੈਂਡ ਦੀ ਗੱਲ ਕਰੀਏ। ਨਿਊਜ਼ੀਲੈਂਡ ਵਿੱਚ ਯੂਨੀਵਰਸਿਟੀ ਜਾਂ ਕਾਲਜ ਕੋਲ ਪਾਵਰ ਨਹੀਂ ਹੈਗੀ ਵਿਦਾਊਟ ਆਇਟਸ ਦੇ ਵਿੱਚ ਐਡਮਿਸ਼ਨ ਦੇਣ ਦੀ ਅਤੇ ਸੇਮ ਚੀਜ਼ ਆ ਜਾਂਦੀ ਹੈ ਇਮੀਗ੍ਰੇਸ਼ਨ ਦੀ। ਇਮੀਗ੍ਰੇਸ਼ਨ ਨੂੰ ਵੀ ਆਇਟਸ ਜਾਂ PT ਤੁਹਾਡੀ ਰਿਕੁਆਇਰਮੈਂਟ ਰਹੇਗੀ। ਜੋ ਵੀ ਆਲਟਰਨੇਟਿਵ ਟੈਸਟ ਆ ਜਾਂਦੇ ਜਿਵੇਂ TOEFL ਆ ਜਾਂਦਾ ਹੈ ਜਾਂ ਕੋਈ ਹੋਰ ਟੈਸਟ ਆ ਜਾਂਦਾ ਹੈ, ਉਹ ਸਾਰੇ ਜੋ ਵੀ ਅਸੈਪਟ ਕਰਦੀ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਉਹਦੇ ਅਕੋਰਡਿੰਗਲੀ ਤੁਸੀਂ ਤੁਹਾਨੂੰ ਡਾਕੂਮੈਂਟ ਦੇਣੇ ਪੈਣਗੇ। ਤੁਹਾਨੂੰ ਆਇਟਸ ਜਾਂ PT ਜਾਂ TOEFL ਜਾਂ ਜੋ ਵੀ ਇੰਗਲਿਸ਼ ਦਾ ਟੈਸਟ ਤੁਸੀਂ ਕੀਤਾ ਹੋਇਆ ਉਹ ਚਾਹੀਦਾ ਹੈ। ਤੁਹਾਨੂੰ ਐਡਮਿਸ਼ਨ ਚਾਹੀਦੀ ਹੈ, ਫਾਈਨੈਂਸ਼ੀਅਲ ਡਾਕੂਮੈਂਟ ਚਾਹੀਦੇ ਨੇ। ਅਤੇ ਜੇ ਅਗਰ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਇਹਦੇ ਵਿੱਚ ਲੈਵਲ 8 ਦਾ ਰਿਕੁਆਇਰਮੈਂਟ ਹੁੰਦੀ ਹੈ ਵੀ ਮੇਨ ਐਪਲੀਕੈਂਟ ਅਗਰ ਲੈਵਲ 8 ਵਿੱਚ ਜਾਂ ਉਸ ਤੋਂ ਉੱਪਰ ਦੇ ਲੈਵਲ 'ਚ ਜਾ ਰਿਹਾ ਤਾਂ ਸਪਾਊਸ ਵੀਜ਼ਾ ਅਪਲਾਈ ਕੀਤਾ ਜਾ ਸਕਦਾ, ਨਹੀਂ ਤਾਂ ਫਿਰ ਟੂਰਿਸਟ ਵੀਜ਼ਾ ਲੱਗੇਗਾ ਜਿਹੜੇ ਸਪਾਊਸ ਦਾ, ਅਤੇ ਉਹ ਬਾਅਦ 'ਚੋਂ ਲੱਗੇਗਾ, ਇਕੱਠਿਆਂ ਦੀ ਫਾਈਲ ਨਹੀਂ ਲੱਗਦੀ। ਬਟ ਅਗਰ ਲੈਵਲ 8 ਵਿੱਚ ਅਪਲਾਈ ਕਰ ਰਿਹਾ ਬੱਚਾ ਜਾਂ ਉਸ ਤੋਂ ਉੱਪਰ ਦਾ ਅਪਲਾਈ ਕਰ ਰਿਹਾ ਤਾਂ ਇਕੱਠਿਆਂ ਦੀ ਫਾਈਲ ਲੱਗ ਸਕਦੀ ਹੈ ਅਤੇ ਇਕੱਠਿਆਂ ਦਾ ਵੀਜ਼ਾ ਆ ਜਾਂਦਾ। ਇਹਦੇ ਵਿੱਚ ਮੇਨ ਐਪਲੀਕੈਂਟ ਦਾ ਵੀਜ਼ਾ ਪਹਿਲਾਂ ਉਹ ਦੇ ਦੇਣਗੇ ਅਤੇ ਉਸ ਤੋਂ ਬਾਅਦ ਸਪਾਊਸ ਦਾ ਵੀਜ਼ਾ ਦੇ ਦੇਣਗੇ ਵੀ ਇਕੱਠਿਆਂ ਦੀ ਫਾਈਲ ਲੱਗ ਕੇ ਇਕੱਠੇ ਹੀ ਪਾਸਪੋਰਟ ਤੁਹਾਡੇ ਜਿਹੜੇ ਹੈਗੇ ਨੇ ਡਿਸਪੈਚ ਹੋ ਜਾਣਗੇ ਅਤੇ ਇਕੱਠਿਆਂ ਦਾ ਵੀਜ਼ਾ ਤੁਹਾਡਾ ਗ੍ਰਾਂਟ ਹੋ ਜਾਂਦਾ। ਫਿਰ ਆ ਜਾਂਦਾ ਜੀ ਜਰਮਨੀ ਦਾ ਵੀਜ਼ਾ। ਜਰਮਨੀ ਵਿੱਚ ਵੀ ਬੱਚਾ ਵਿਦਾਊਟ ਆਇਟਸ ਲੈ ਸਕਦਾ। ਇਹਦੇ ਵਿੱਚ ਵੀ ਐਮਬੈਸੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਵੀ ਤੁਸੀਂ ਆਇਟਸ ਜਾਂ PT ਨੂੰ ਸਬਮਿਟ ਕਰਨਾ ਹੈਗਾ। ਯੂਨੀਵਰਸਿਟੀ ਜਾਂ ਕਾਲਜ ਦੇ ਉੱਤੇ ਡਿਪੈਂਡ ਕਰਦਾ ਹੈ
ਵੀ ਅਗਰ ਉਹਨਾਂ ਨੂੰ ਆਈਟਸ ਜਾਂ ਪੀਟੀ ਜਾਂ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੈ ਤੇ ਉਹ ਐਡਮਿਸ਼ਨ ਦੇ ਟਾਈਮ ਤੇ ਤੁਹਾਨੂੰ ਕਹਿ ਸਕਦੇ ਨੇ। ਬਾਕੀ ਜ਼ਿਆਦਾਤਰ ਯੂਨੀਵਰਸਿਟੀਜ਼ ਜਿਹੜੀਆਂ ਜਰਮਨੀ ਦੀਆਂ ਹੈਗੀਆਂ ਉਹ ਵਿਦਆਊਟ ਆਈਟਸ ਐਡਮਿਸ਼ਨ ਦਿੰਦੀਆਂ, ਤੇ ਤੁਸੀਂ ਉੱਥੇ ਆਪਣਾ ਵਿਦਆਊਟ ਆਈਟਸ ਐਡਮਿਸ਼ਨ ਲੈ ਕੇ ਇਹਦੇ ਵਿੱਚ ਵੀ ਐਮਬੈਸੀ 'ਚ ਇੰਟਰਵਿਊ ਦੇਣੀ ਪੈਂਦੀ ਹੈ। ਜਿਵੇਂ ਆਪਾਂ USA ਦੀ ਗੱਲ ਕਰੀਏ, ਯੂਰਪੀਅਨ ਕੰਟਰੀ 'ਚ ਵੀ ਸਾਰਿਆਂ ਵਿੱਚ ਤੁਹਾਨੂੰ ਇੰਟਰਵਿਊ ਦੇਣੀ ਪੈਂਦੀ ਹੈ, ਤੇ ਉੱਥੇ ਜਾ ਕੇ ਤੁਸੀਂ ਇੰਟਰਵਿਊ ਦਿੰਦੇ ਹੋ। 5-7 ਮਿੰਟ ਦੀ ਇੰਟਰਵਿਊ ਹੁੰਦੀ ਹੈ। ਇੰਟਰਵਿਊ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ, ਤੁਸੀਂ ਆਨਸਰ ਦਿੰਦੇ ਹੋ, ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਤੇ ਸਪਾਊਸ ਨੇ ਕੱਲ੍ਹ ਨੂੰ ਅਪਲਾਈ ਕਰਨਾ ਅਗਰ ਕਰਨਾ ਹੈ ਤੇ ਉਹਦੇ ਵਿੱਚ ਵੀ ਟੂਰਿਸਟ ਵੀਜ਼ਾ ਲੱਗੇਗਾ ਜੀ। ਤੁਹਾਡੇ ਸਪਾਊਸ ਦਾ ਕੋਈ ਡਿਪੈਂਡੈਂਟ ਵੀਜ਼ਾ ਨਹੀਂ ਲੱਗਦਾ, ਜਾਂ ਫਿਰ ਉਹ ਤੁਹਾਡੇ ਨਾਲ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਨੇ, ਨਹੀਂ ਤਾਂ ਟੂਰਿਸਟ ਵੀਜ਼ਾ ਲੈ ਕੇ ਉੱਥੇ ਜਾ ਕੇ ਕਨਵਰਟ ਕਰ ਸਕਦੇ ਕਿਸੇ ਹੋਰ ਵੀਜ਼ਾ ਦੇ ਵਿੱਚ। ਤੇ ਇਹ ਸਾਰੀਆਂ ਚੀਜ਼ਾਂ ਆ ਗਈਆਂ ਜੀ। ਵੀ ਹੁਣ ਵੀ ਆਪਾਂ ਗੱਲ ਕਰੀਏ ਵੀ ਅਗਰ ਆਪਾਂ USA ਅਪਲਾਈ ਕਰੀਏ ਜਾਂ ਆਸਟ੍ਰੇਲੀਆ ਅਪਲਾਈ ਕਰੀਏ ਜਾਂ UK ਅਪਲਾਈ ਕਰੀਏ, ਇਹਨਾਂ ਵਿੱਚ ਐਮਬੈਸੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਵੀ ਉਹ ਤੁਹਾਡੇ ਤੋਂ ਆਈਟਸ ਜਾਂ PT ਮੰਗਣ ਜਾਂ ਉਹਦੇ ਬੇਸ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜੇ। ਬਟ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਨਿਊਜ਼ੀਲੈਂਡ ਦੀ ਗੱਲ ਕਰੀਏ, ਇਹ ਕੰਟਰੀ ਐਸੇ ਆ ਗਏ ਜਿਹਦੇ ਵਿੱਚ ਵੀ ਤੁਹਾਨੂੰ ਆਈਟਸ ਜਾਂ PT ਚਾਹੀਦਾ ਹੀ ਚਾਹੀਦਾ। ਉਸ ਤੋਂ ਬਿਨਾਂ ਅਗਰ ਤੁਸੀਂ ਅਪਲਾਈ ਕਰਦੇ ਹੋ ਜਾਂ ਘੱਟ ਤੇ ਅਪਲਾਈ ਕਰਦੇ ਤਾਂ ਐਮਬੈਸੀ ਤੁਹਾਡਾ ਆਈਟਸ ਜਾਂ PT ਦੇ ਬੇਸ ਤੇ, ਇੰਗਲਿਸ਼ ਟੈਸਟ ਦੇ ਬੇਸ ਤੇ ਵੀਜ਼ਾ ਰਿਫਿਊਜ਼ ਕਰ ਸਕਦੀ ਹੈ। ਤੇ ਜਿਹੜਾ ਜਰਮਨੀ ਕੰਟਰੀ ਆ ਗਿਆ, ਇਹਦੇ ਵਿੱਚ ਵੀ ਤੁਹਾਨੂੰ ਆਈਟਸ ਤੇ PT ਦੀ ਕੋਈ ਰਿਕੁਆਇਰਮੈਂਟ ਨਹੀਂ, ਨਾ ਐਮਬੈਸੀ ਤਰਫੋਂ ਹੈ ਨਾ ਕਾਲਜ ਜਾਂ ਯੂਨੀਵਰਸਿਟੀ ਤਰਫੋਂ ਹੈ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਜਿਹੜੇ ਆ ਕੰਟਰੀ ਆਪਾਂ ਸਾਰੇ ਡਿਸਕਸ ਕੀਤੇ ਨੇ, ਇਹਦੇ ਵਿੱਚ ਹੁਣ ਕਾਫੀ ਬੱਚਿਆਂ ਨੂੰ ਕਲੈਰਿਟੀ ਮਿਲ ਜੇਗੀ ਵੀ ਆਈਟਸ ਕਿੱਥੇ ਚਾਹੀਦਾ, ਵੀ ਕਾਲਜ ਨੂੰ ਚਾਹੀਦਾ ਜਾਂ ਐਮਬੈਸੀ ਨੂੰ ਚਾਹੀਦਾ, ਵੀ ਉਹਦੇ ਬੇਸ ਤੇ ਤੁਸੀਂ ਆਪਣਾ ਜਿਹੜਾ ਹੈਗਾ ਵੀ ਅੱਗੇ ਬਾਹਰ ਜਾਂ ਅਪਲਾਈ ਕਰਨ ਦਾ ਜਿਹੜਾ ਹੈਗਾ ਪਲੈਨਿੰਗ ਉਹ ਤੁਸੀਂ ਕਰ ਸਕਦੇ ਹੋ। ਤੇ ਉਹਦੇ ਅਕੋਰਡਿੰਗ ਸਿੰਗਲ ਜਾਂ ਸਪਾਊਸ ਕਰਨਾ ਹੈ ਜਾਂ ਪਹਿਲਾਂ ਇਕੱਠੇ ਫਾਈਲ ਜਾਣੀ ਹੈ ਜਾਂ ਬਾਅਦ ਚੋਂ ਅੱਡ ਫਾਈਲ ਲਗਾਉਣੀ ਹੈ, ਜਿਵੇਂ ਵੀ ਹੈ ਤੁਸੀਂ ਉਸ ਤਰੀਕੇ ਨਾਲ ਆਪਣੇ ਕੇਸ ਦੀ ਪਲੈਨਿੰਗ ਕਰ ਸਕਦੇ ਹੋ। ਸਾਡੀ ਕੰਪਨੀ ਯੂਰਪੀਅਨ ਕੰਟਰੀ 'ਚ ਵੀ ਕੰਮ ਕਰਦੀ ਹੈ, ਆਸਟ੍ਰੇਲੀਆ, ਕੈਨੇਡਾ, UK, US, ਨਿਊਜ਼ੀਲੈਂਡ, ਸਾਰੇ ਇਹ ਕੰਟਰੀਆਂ ਦੇ ਵਿੱਚ ਅਸੀਂ ਡੀਲ ਕਰਦੇ ਹਾਂ। 2007 ਤੋਂ ਸਾਡੀ ਕੰਪਨੀ ਡੀਲ ਕਰ ਰਹੀ ਹੈ ਇਸ ਕੰਮ 'ਚ ਹੈਗੀ ਹੈ ਸਟੂਡੈਂਟ ਵੀਜ਼ਾਸ ਦੇ ਵਿੱਚ। ਸਟੂਡੈਂਟ ਵੀਜ਼ਾ ਦਾ ਹੀ ਸਾਡਾ ਮੇਨ ਪਲੇਟਫਾਰਮ ਰਹਿੰਦਾ ਹੈ। ਸਾਡੀ ਕੰਪਨੀ ਕੁਆਲਿਟੀ ਹਾਈ ਰੱਖਦੀ ਹੈ ਬੱਚਿਆਂ ਦੀ ਐਪਲੀਕੇਸ਼ਨ ਦਾ ਵੀ। ਅਗਰ ਤੁਸੀਂ ਆਈਟਸ ਦਾ ਵੇਵਰ ਦੇਣਾ ਕਿਸ ਤਰੀਕੇ ਨਾਲ ਤੁਹਾਨੂੰ ਮਿਲੇਗਾ, ਤੁਹਾਨੂੰ ਫੰਡਸ ਕਿਵੇਂ ਦਿਖਾਣੇ ਹੈ, SOP ਕਿਵੇਂ ਹੋਣੀ ਚਾਹੀਦੀ ਹੈ ਤੁਹਾਡੀ, ਫਿਰ ਗੈਪ ਦੇ ਵਿੱਚ ਕਿਵੇਂ ਐਕਸਪਲੇਨੇਸ਼ਨ ਤੁਸੀਂ ਦੇਣੀ ਹੈ ਵੀ ਗੈਪ ਕਿਸ ਤਰੀਕੇ ਨਾਲ ਕਵਰ ਕੀਤਾ ਜਾਏ। ਤੇ ਸਾਰੀਆਂ ਚੀਜ਼ਾਂ ਜੋ ਆਪਾਂ ਫਾਈਨੈਂਸ਼ੀਅਲ ਨੂੰ ਲੈ ਕੇ, ਇਨਕਮ ਨੂੰ ਲੈ ਕੇ ਸਾਰੀਆਂ ਚੀਜ਼ਾਂ ਆਪਾਂ ਸਟਰੋਂਗ ਲਗਾਉਂਦੇ ਹਾਂ। ਤੇ ਕਿਸੇ ਵੀ ਕੰਟਰੀ ਦੀ ਅਸੀਂ ਫਾਈਲ ਲਗਾਉਂਦੇ ਹਾਂ ਤਾਂ ਵੀਜ਼ਾ ਸਕਸੈਸ ਰੇਟ ਬਾਕੀ ਕੰਸਲਟੈਂਟ ਨਾਲ ਸਾਡਾ ਵੱਧ ਹੁੰਦਾ, ਕਿਉਂਕਿ ਅਸੀਂ ਉਹਦੇ 'ਚ ਇਨਪੁਟ ਸਟਰੋਂਗ ਰੱਖਦੇ ਹਾਂ। ਵੀ ਸਾਡੀ ਕੰਪਨੀ ਦੇ ਵਿੱਚ ਜਿਹੜੇ ਇੰਪਲੋਈਜ਼ ਹੈਗੇ ਨੇ ਕਈ ਤਾਂ 10-12 ਸਾਲ ਦੇ ਕੰਮ ਕਰ ਰਹੇ ਸਾਡੇ ਕੋਲ, ਤੇ ਉਹਨਾਂ ਦਾ ਇੱਕ ਬਹੁਤ ਪੁਰਾਣਾ ਐਕਸਪੀਰੀਅੰਸ ਬਣਿਆ ਹੋਇਆ ਹੈ ਵੀ ਉਹੀ ਕੁਆਲਿਟੀ ਦੇ ਹਿਸਾਬ ਨਾਲ ਕੰਮ ਕਰਦੇ ਆ ਤਾਂ ਕਿ ਰਿਜ਼ਲਟ ਜਿਹੜੇ ਹੈਗੇ ਨੇ ਸਾਡੇ ਬਾਕੀ ਕੰਸਲਟੈਂਟ ਨਾਲ ਥੋੜ੍ਹੇ ਜਿਹੇ ਬੈਟਰ ਰਹਿੰਦੇ ਨੇ ਓਵਰਆਲ। ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਕੁਰੂਕਸ਼ੇਤਰ ਨੇ। ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਅਗਰ ਡਾਕੂਮੈਂਟਸ ਭੇਜ ਕੇ ਤੁਸੀਂ ਅਸੈਸਮੈਂਟ ਲੈਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ 'ਤੇ ਤੁਸੀਂ ਆਪਣੇ ਡਾਕੂਮੈਂਟ WhatsApp ਕਰ ਸਕਦੇ ਹੋ। ਤੇ ਮੇਰੇ ਨਾਲ ਅਗਰ ਡਿਸਕਸ ਕਰਨਾ ਹੈ, ਤੁਸੀਂ ਵੀਡੀਓ ਕਾਨਫਰੰਸਿੰਗ ਕਰਨੀ ਹੈ ਜਾਂ ਟੈਲੀਫੋਨਿਕਲੀ ਤੁਸੀਂ ਕੋਈ ਰਾਏ ਲੈਣੀ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।